अस्सलाम वालेकुम। प्रोग्राम रैली ਦੇ ਨਾਲ ਡਾਕਟਰ ਮਹਿਮੂਦ ਕੁਰੈਸ਼ੀ ਤੁਹਾਡੀ ਖidmat 'ਚ ਹਾਜ਼ਰ ਹੈ। ਨਾਜ਼ਰੀਨ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਸ਼ੋਬੇ ਦੀ ਤਰੱਕੀ ਤਾਂ ਹੀ ਮੁਮਕਿਨ ਹੈ ਕਿ ਅਗਰ ਉਹਦੇ ਵਿੱਚ ਰਿਸਰਚ ਦਾ ਅਮਲ ਜਾਰੀ ਰਹੇ। ਅੱਜ ਰਿਸਰਚ ਦੇ ਹਵਾਲੇ ਨਾਲ ਅਸੀਂ ਵੈਟਰਨਰੀ ਰਿਸਰਚ ਇੰਸਟੀਚਿਊਟ ਲਾਹੌਰ ਕੈਂਟ ਆਏ ਹਾਂ। ਇੱਥੇ ਜਾਨਵਰਾਂ ਦੀ ਵੈਕਸੀਨ ਬਣਦੀ ਹੈ, ਯਾਨੀ ਹਿਫਾਜ਼ਤੀ ਟੀਕੇ, ਤਾਂ ਕਿ ਜਾਨਵਰਾਂ ਨੂੰ ਬਿਮਾਰੀਆਂ ਤੋਂ ਮਹਿਫੂਜ਼ ਰੱਖਿਆ ਜਾ ਸਕੇ। ਆਓ ਮਾਹਿਰੀਨ ਦੇ ਨਾਲ ਅਸੀਂ ਗੁਫ਼ਤਗੂ ਵੀ ਕਰਾਂਗੇ, ਲੈਬੋਰਟਰੀਜ਼ ਵੀ ਵਿਖਾਵਾਂਗੇ ਤੇ ਤੁਹਾਨੂੰ ਇਹ ਦੱਸਾਂਗੇ ਕਿ ਕਿਸ ਤਰ੍ਹਾਂ ਵੈਕਸੀਨ ਜਿਹੜੀ ਹੈ ਬਣਦੀ ਹੈ ਔਰ ਫਾਰਮਰ ਤੱਕ ਕਿਵੇਂ ਪਹੁੰਚਦੀ ਹੈ। ਆਓ ਵੇਖਦੇ ਹਾਂ। ਨਾਜ਼ਰੀਨ, ਇਹ ਤੁਸੀਂ ਦੇਖ ਰਹੇ ਹੋ ਐਨਡੀ ਵੈਕਸੀਨ ਜਿਹੜੀ ਇਹ ਤਿਆਰ ਹੈ, ਲੈਸੋਟਾ ਵੀ ਕਹਿੰਦੇ ਆ। ਤੇ ਜਿਹੜੀ ਤੁਸੀਂ ਇਹਦੇ 'ਚ ਵਾਇਲ ਦੇਖ ਰਹੇ ਹੋ, ਇੱਕ ਵਾਇਲ ਜਿਹੜੀ ਹੈ ਇਹ 500 ਡੋਜ਼ਿਸ ਤੇ ਮੁਸ਼ਤਮਿਲ ਹੈ, ਯਾਨੀ 500 ਪਰਿੰਦਿਆਂ ਨੂੰ ਲੱਗ ਸਕਦੀ ਹੈ। ਤੇ ਡਾਕਟਰ ਅਫਜ਼ਲ ਸਾਜਿਦ ਸਾਹਿਬ ਨੂੰ ਪੁੱਛ ਰਹੇ ਆ ਕਿ ਜਨਾਬ ਇਹਦੀ ਐਫੀਕੇਸੀ ਕਿੰਨੀ ਹੈ। ਜੀ ਡਾਕਟਰ ਸਾਹਿਬ। ਜੀ 100% ਨਤਾਇਜ ਤੇ ਅੱਲਾਹ ਤਾਲਾ ਦੀ हिकमत ਦੇ ਨਾਲ ਹੀ ਮਿਲ ਸਕਦੇ ਨੇ, ਲੇਕਿਨ 92% ਨਤਾਇਜ ਜਿਹੜੇ ਨੇ ਸਾਡੀ ਵੈਕਸੀਨ ਦੀ ਐਫੀਕੇਸੀ ਦੇ ਇਹਦੇ ਨਤਾਇਜ ਸਾਨੂੰ ਮਿਲ ਰਹੇ ਨੇ। ਔਰ ਅਸੀਂ ਇਹ ਪਰਿੰਦਿਆਂ ਨੂੰ ਅੱਖਾਂ ਦੇ ਕਤਰੇ 'ਚ ਵੀ ਪਾ ਸਕਦੇ ਹਾਂ ਔਰ ਉਹਨਾਂ ਨੂੰ ਓਰਲੀ ਵੀ ਦੇ ਸਕਦੇ ਹਾਂ ਔਰ ਉਹਨਾਂ ਨੂੰ ਪਾਣੀ 'ਚ ਪਿਲਾ ਵੀ ਸਕਦੇ ਹਾਂ। ਦੋ ਤਰ੍ਹਾਂ ਦੀ ਵੈਕਸੀਨ NDS ਇੱਥੇ ਸੈਕਸ਼ਨ 'ਚ ਬਣਾ ਰਹੇ ਹਾਂ, ਇੱਕ ਮੁਖਤਸਰ ਔਰ ਇੱਕ ਲਾਸੋਟਾ। ਤਕਰੀਬਨ 1 ਕਰੋੜ ਡੋਜ਼ ਦੇ ਲਗਭਗ ਸਾਲਾਨਾ ਅਸੀਂ ਪਰਿੰਦਿਆਂ ਦੀ ਡੋਜ਼ ਇੱਥੇ ਬਣਾ ਕੇ ਮੈਨੂਫੈਕਚਰ ਕਰਕੇ ਆਪਣੇ ਸਪਲਾਈ ਸੈਕਸ਼ਨ ਨੂੰ ਭੇਜਦੇ ਹਾਂ, ਜਿਹੜੇ ਪੂਰੇ ਪੰਜਾਬ 'ਚ ਫ੍ਰੀ ਆਫ ਕਾਸਟ ਮੁਫਤ ਪਰਿੰਦਿਆਂ ਨੂੰ ਦਿੱਤੀ ਜਾਂਦੀ ਹੈ। ਡਾਕਟਰ ਸੋਵੀਆ ਆਮਰ ਸਾਹਿਬਾ, ਇਹ ਜਿਹੜਾ ਅਸੀਂ ਜਿੱਥੇ ਖੜੇ ਹਾਂ ਕਿਹੜਾ ਸੈਕਸ਼ਨ ਹੈ? ਇਹ ਸੈਕਸ਼ਨ ਹੈਗਾ ਏਵੀਅਨ ਇਨਫਲੂਐਂਜ਼ਾ ਲੈਬ। ਇਹਦੇ ਵਿੱਚ ਅਸੀਂ ਨਾ ਮੁਰਗੀਆਂ ਦੀ ਬਣਾਈ ਦੀ ਹੈ ਪੋਲਟਰੀ ਲਈ ਵੈਕਸੀਨ ਫਲੂ ਦੀ। ਜਿਸ ਤਰ੍ਹਾਂ ਇਨਸਾਨਾਂ ਦੇ ਵਿੱਚ ਹੁੰਦਾ ਹੈ ਫਲੂ, ਐਵੇਂ ਬਿਲਕੁਲ ਪਰਿੰਦਿਆਂ ਦੇ ਵਿੱਚ ਵੀ ਆਉਂਦਾ ਹੈ। ਮਤਲਬ ਉਸੇ ਤਰ੍ਹਾਂ ਹੀ ਅਲਾਮਤਾਂ ਹੁੰਦੀਆਂ ਫਲੂ ਦੀ ਜਿਸ ਤਰ੍ਹਾਂ ਇਨਸਾਨ 'ਚ ਹੁੰਦੀਆਂ? ਜੀ ਬਿਲਕੁਲ ਉਵੇਂ ਹੀ ਹੁੰਦੀਆਂ ਨੇ, ਬਲਕਿ ਬੜੀ ਜ਼ੂਨੋਟਿਕਲੀ ਇੰਪੋਰਟੈਂਟ ਡਿਜ਼ੀਜ਼ ਹੈ ਕਿ ਇਨਸਾਨਾਂ ਦੇ ਵਿੱਚ ਤੇ ਪਰਿੰਦਿਆਂ ਦੇ ਵਿੱਚ ਕਮਿਊਨੀਕੇਟ ਕਰਦੀ ਰਹਿੰਦੀ ਹੈ। ਤੇ ਇਹ ਤੁਸੀਂ ਵੈਕਸੀਨ ਬਣਾ ਰਹੇ ਹੋ ਇਹਦੀ? ਹਾਂਜੀ, ਵੈਕਸੀਨ ਬਣਦੀ ਹੈ ਫਾਰਮ ਦੇ ਵਿੱਚ ਨਾ, ਤਾਂ ਕਿ ਡਿਜ਼ੀਜ਼ ਬਹੁਤੀ ਨਾ ਫੈਲੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਰਿੰਦਿਆਂ ਦੇ ਵਿੱਚ ਇੱਕ ਵਾਰੀ ਆਈ ਸੀ H5 ਦੀ ਇਹ ਡਿਜ਼ੀਜ਼, ਤੇ ਬਹੁਤ ਲਾਸਿਸ ਹੋਏ ਸੀ ਇਕਨੋਮਿਕਲੀ ਵੀ। ਤੁਸੀਂ ਵੀ ਇਸੇ ਸੈਕਸ਼ਨ 'ਚ ਹੋ? ਤੇ ਤੁਸੀਂ ਦੇਖ ਰਹੇ ਹੋ ਕਿ ਅਗਰ ਅਸੀਂ ਮੁਆਜ਼ਨਾ ਕਰੀਏ ਬੈਰੂਨੀ ਦੁਨੀਆ ਦਾ, ਤੇ ਅਸੀਂ ਜਿਹੜੀ ਵੈਕਸੀਨ ਹੈ ਹਿਫਾਜ਼ਤੀ ਟੀਕੇ ਅਸੀਂ ਠੀਕ ਬਣਾ ਰਹੇ? ਜੀ ਸਰ, ਬਿਲਕੁਲ ਸਾਰੇ ਪ੍ਰੋਟੋਕਾਲ ਜਿਹੜੇ ਆ ਫੋਲੋ ਕੀਤੇ ਜਾਂਦੇ ਨੇ, ਬਿਲਕੁਲ ਉਹ ਸਾਰੇ ਕੁਝ ਫੋਲੋ ਕਰਕੇ ਤੇ ਫਿਰ ਅਸੀਂ ਵੈਕਸੀਨ ਬਣਾ ਰਹੇ ਹਾਂ। ਨਾਜ਼ਰੀਨ, ਇੱਕ ਵੇਲਾ ਸੀ ਜਦੋਂ ਐਨਡੀ ਜਿਹੜਾ ਇੱਕ ਬੜਾ ਵੱਡਾ ਹਵਾ ਸੀ, ਇੱਕ ਬੜਾ ਵੱਡਾ ਜਿੰਨ ਸੀ। ਹਜ਼ਾਰਾਂ ਨਹੀਂ ਬਲਕਿ ਲੱਖਾਂ ਮੁਰਗੀਆਂ ਮਰ ਜਾਂਦੀਆਂ ਸੀ ਔਰ ਫਾਰਮਰ ਨੂੰ ਬੜਾ ਨੁਕਸਾਨ ਪਹੁੰਚਦਾ ਸੀ। ਲੇਕਿਨ ਅਲਹਮਦੁਲਿਲਾ ਵੈਟਰਨਰੀ ਰਿਸਰਚ ਇੰਸਟੀਚਿਊਟ ਲਾਹੌਰ ਕੈਂਟ ਨੇ ਐਸੀ ਵੈਕਸੀਨ ਤਿਆਰ ਕਰ ਲਈ ਹੈ, ਯਾਨੀ ਹਿਫਾਜ਼ਤੀ ਟੀਕਾ ਤਿਆਰ ਕਰ ਲਿਆ ਹੈ, ਜਿਹਦੇ ਨਾਲ ਹੁਣ ਮੁਰਗੀਆਂ ਦੀ ਜਿਹੜੀ ਬਿਮਾਰੀ ਹੈ ਐਨਡੀ, ਜਿਹਨੂੰ ਨਿਊਕੈਸਲ ਡਿਜ਼ੀਜ਼ ਵੀ ਕਹਿੰਦੇ ਨੇ, ਇਹਦੇ 'ਤੇ ਮੁਕੰਮਲ ਕਾਬੂ ਪਾ ਲਿਆ ਗਿਆ। ਆਓ ਵੇਖਦੇ ਹਾਂ ਇਹ ਵੈਕਸੀਨ ਕਿਸ ਤਰ੍ਹਾਂ ਤਿਆਰ ਹੋ ਰਹੀ ਹੈ। ਲੋ ਨਾਜ਼ਰੀਨ, ਅਸੀਂ ਹੁਣ ਫਰੀਜ਼ ਡਰਾਇੰਗ ਸੈਕਸ਼ਨ 'ਚ ਦਾਖਲ ਹੋ ਰਹੇ ਹਾਂ। ਇਹ ਸੈਕਸ਼ਨ ਜਿਹੜਾ ਹੈ ਇਹਦੀ ਤੁਸੀਂ ਸਾਰੀ ਮਸ਼ੀਨਰੀ ਦੇਖ ਰਹੇ ਹੋ ਔਰ ਸਾਡਾ ਕੈਮਰਾ ਦਿਖਾ ਰਿਹਾ ਹੈ। ਇਹ ਜਨਾਬ ਸਾਰੀ ਮਸ਼ੀਨ ਜਿਹੜੀ ਹੈ ਇਹ ਤੁਸੀਂ ਦੇਖ ਰਹੇ ਹੋ। ਤੁਸੀਂ ਦੇਖ ਰਹੇ ਹੋ ਕਿ ਪਾਕਿਸਤਾਨ ਜਿਹੜਾ ਉਹ ਰਿਸਰਚ ਦੇ ਮਾਮਲੇ ਦੇ ਵਿੱਚ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਔਰ ਵਜ਼ੀਰ ਆਜ਼ਮ ਦਾ ਜਿਹੜਾ ਵਿਜ਼ਨ ਹੈ ਕਿ ਅਸੀਂ ਪਾਕਿਸਤਾਨ ਨੂੰ ਮਜ਼ਬੂਤ ਔਰ ਖੁਸ਼ਹਾਲ ਬਣਾਉਣਾ ਹੈ, ਉਹਦੇ ਮੁਤਾਬਕ ਤੁਸੀਂ ਦੇਖ ਰਹੇ ਹੋ ਕਿ ਜਦੀਦ ਮਸ਼ੀਨਾਂ ਦਾ ਇਸਤੇਮਾਲ ਕਰਕੇ ਤੇ ਜਾਨਵਰਾਂ ਦੀ ਬਿਮਾਰੀਆਂ ਦੇ ਉੱਤੇ ਕਾਬੂ ਪਾਇਆ ਜਾ ਰਿਹਾ ਹੈ। ਇਹ ਜਿਹੜਾ ਸੈਕਸ਼ਨ ਹੈ ਜੀ, ਇਹ ਕਾਹਦਾ ਹੈਗਾ? ਇਹ ਸੈਕਸ਼ਨ ਫਰੀਜ਼ ਡਰਾਇੰਗ ਸੈਕਸ਼ਨ ਇਹਦਾ ਨਾਮ ਹੈ। ਇੱਥੇ ਅਸੀਂ ਡਿਫਰੈਂਟ ਵੈਕਸੀਨ, ਮੁਖਤਲਿਫ ਵੈਕਸੀਨ ਜਿਹੜੀਆਂ ਮੁਤਲਕਾ ਸੈਕਸ਼ਨ, ਜਿਹਦੇ 'ਚ PPR, NDV, CCVP, ਸ਼ੀਪ ਪੌਕਸ, ਗੋਟ ਪੌਕਸ ਤੇ ਡਿਫਰੈਂਟ ਵੈਕਸੀਨ ਦੇ ਸੀਡ, ਉਹ ਇੱਥੇ ਅਸੀਂ ਲਾਈਫੋਲਾਈਜ਼ ਕਰਦੇ ਹਾਂ, ਯਾਨੀ ਫਰੀਜ਼ ਡਰਾਈ ਕਰਦੇ ਹਾਂ ਕਿ ਉਹਨੂੰ ਪਹਿਲੇ ਠੰਡਾ ਕਰੀਦਾ, ਜਮਾ ਕੇ ਫਿਰ ਉਹਨੂੰ ਖੁਸ਼ਕ ਕੀਤਾ ਜਾਂਦਾ ਹੈ।
ਕਿਉਂਕਿ ਇਹ ਜ਼ਿੰਦਾ ਲਾਈਵ ਵੈਕਸੀਨ ਹੁੰਦੀ ਹੈ ਅੰਦਰ, ਤੋਂ ਅਗਰ ਹੀਟ ਕਰਨਾ ਨਾਰਮਲ ਇੱਕ ਪ੍ਰੋਸੈਸ ਹੈ ਕਿਸੇ ਵੀ ਚੀਜ਼ ਨੂੰ ਖੁਸ਼ ਕਰਨ ਦਾ, ਤੇ ਇਹ ਸਪੈਸ਼ਲ ਪਰਚੇਜ਼ ਕੀਤੀਆਂ ਗਈਆਂ ਸੀ ਇਸ ਵੈਕਸੀਨ ਨੂੰ ਪ੍ਰੋਸੈਸ ਕਰਨ ਵਾਸਤੇ। ਜੀ, ਇਹ ਲਾਈਫ ਸਟਾਕ ਦੀ ਤਰੱਕੀ ਵਾਸਤੇ ਵੇ। ਜਾਨਵਰ ਜਿਹੜੇ ਨੇ ਸਾਡੇ ਬੜਾ ਕੀਮਤੀ ਸਰਮਾਇਆ ਨੇ ਔਰ ਬੜੇ ਕੀਮਤੀ ਨੇ, ਤੇ ਲਿਹਾਜ਼ਾ ਉਹਨਾਂ ਨੂੰ ਅਸੀਂ ਵੈਕਸੀਨ ਕਰਕੇ ਹਿਫਾਜ਼ਤੀ ਟੀਕੇ ਲਾ ਕੇ ਤੇ ਉਹਨਾਂ ਨੂੰ ਅਸੀਂ ਮਹਿਫੂਜ਼ ਕਰ ਰਹੇ ਹਾਂ ਬਿਮਾਰੀਆਂ ਤੋਂ। ਡਾਕਟਰ ਆਸਮਾ ਕੌਸਰ ਸਾਹਿਬ, ਮੈਂ ਪੁੱਛਣਾ ਚਾਹਾਂਗਾ ਕਿ ਅਸੀਂ ਕਿਸ ਸੈਕਸ਼ਨ 'ਚ ਖੜੇ ਆ, ਇੱਥੇ ਕਿਹੜੀ ਵੈਕਸੀਨ ਬਣਦੀ ਹੈ और वो किस बीमारी दी है? अभी आप जिस सेक्शन में हैं ये एनारोब सेक्शन कहते हैं हम इसको। यहाँ पे दो तरह की वैक्सीन बन रही है और ये दोनों बहुत अहम वैक्सीन हैं पूरे लाइफ स्टॉक के लिए, और पूरे पंजाब में इसकी वैक्सीन की जाती है। सबसे पहले जो वैक्सीन है वो है ब्लैक क्वार्टर, जिसको हम चौड़ेमार वैक्सीन कहते हैं। ये वैक्सीन गायों और भैंसों में लगाई जाती है, ठीक है, और साल में इसको हम एक दफ़ा करते हैं। जो दूसरी वैक्सीन है वो है अंतड़ियों के जहर की वैक्सीन, जिसको हम एंटेरोटॉक्सीमिया वैक्सीन कहते हैं, ईटीवी वैक्सीन के नाम से। और ये जो वैक्सीन है ये भेड़ और बकरियों में की जाती है। साल में 2 दफ़ा ये पूरे पंजाब में साल में 2 दफ़ा हम इस वैक्सीन को करते हैं। तो ये दोनों वैक्सीन जो है वो इस सेक्शन में बनाई जा रही हैं, और एक बड़ा इसका लंबा प्रोसीजर होता है, बड़े दिनों के मराहल से गुजर के ये वैक्सीन बनती है और फिर जो है वो पूरे अवाम के पास, पंजाब के अवाम के पास ये पहुंचाई जाती है। डॉक्टर साहब ये दसो कि जो सैक्शन है जाहिर है कि HS ਦਾ ਹੀ ਹੈ, ਇਹ ਮਸ਼ੀਨਾਂ ਜਿਹੜੀਆਂ ਨੇ ਇਹ ਕੀ ਚੀਜ਼ ਹੈ? ਜੀ ਇਹ ਬਾਇਓ ਫਰਮੈਂਟਰ ਕਹਿਲਾਉਂਦਾ ਹੈ, ਔਰ ਇਹਦੇ ਜ਼ਰੀਏ ਅਸੀਂ ਵੈਕਸੀਨ ਦੀ ਕੁਆਲਿਟੀ ਨੂੰ ਬਹੁਤ ਜ਼ਿਆਦਾ ਇੰਟਰਨੈਸ਼ਨਲ ਲੈਵਲ ਤੇ ਲੈ ਗਏ ਹਾਂ। ਇਹ ਪਹਿਲਾ ਬਾਇਓ ਫਰਮੈਂਟਰ ਹੈ ਪਾਕਿਸਤਾਨ ਤੇ ਪੰਜਾਬ ਦੀ ਹਿਸਟਰੀ ਦਾ ਜਿਹੜਾ ਬੈਕਟੀਰੀਅਲ ਵੈਕਸੀਨ ਵਾਸਤੇ ਇਸਤੇਮਾਲ ਕੀਤਾ ਗਿਆ ਔਰ ਕਾਮਯਾਬੀ ਨਾਲ ਪਿਛਲੇ 2.5 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ। ਔਰ ਇਹ ਆਜ਼ਾਦ ਸਾਡੇ VRI ਨੂੰ, ਵੈਟਰਨਰੀ ਰਿਸਰਚ ਇੰਸਟੀਚਿਊਟ ਨੂੰ ਹਾਸਿਲ ਹੈ, ਜੋ ਇਹਦੇ ਵਿੱਚ ਸਕਸੈਸਫੁਲ ਹੋਏ ਨੇ। ਔਰ ਮੇਰੀ ਜਿਹੜੀ ਟੀਮ ਹੈ ਐਕਸਪਰਟਸ ਦੀ, ਉਹ ਉਹਨਾਂ ਨੂੰ ਹੁਣ ਮਤਲਬ ਫੁੱਲ ਉਹਨਾਂ ਦੀ ਐਬਿਲਿਟੀ ਹੈ ਕਿ ਉਹ ਕੋਈ ਵੀ ਬਾਇਓ ਫਰਮੈਂਟਰ ਚਲਾ ਸਕਦੇ ਨੇ। ਔਰ 50% ਅਸੀਂ ਆਪਣੀ ਵੈਕਸੀਨ ਪ੍ਰੋਡਕਸ਼ਨ ਜਿਹੜੀ ਹੈ ਉਹ ਫਰਮੈਂਟੇਸ਼ਨ ਤੇ ਸ਼ਿਫਟ ਕਰ ਚੁੱਕੇ ਹਾਂ, ਤੇ ਬਾਕੀ ਵੀ ਆਸਤਾ ਆਸਤਾ ਇਹਦੇ ਤੇ ਸ਼ਿਫਟ ਹੋ ਰਹੀ ਹੈ। ਤੇ ਇਹ ਮਤਲਬ ਇਹ ਸਾਡੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ। ਉਹਦੇ ਵਾਸਤੇ ਮੈਂ ਆਪਣੀ ਗਵਰਨਮੈਂਟ ਆਫ ਪੰਜਾਬ ਦੀ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਸਾਡੇ ਉੱਤੇ ਇਤਮਾਦ ਕੀਤਾ ਤੇ ਸਾਡੀ ਮਤਲਬ ਸਾਨੂੰ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਗਈਆਂ, ਤੇ ਅਲਹਮਦੁਲਿਲਾ ਸਕਸੈਸਫੁਲੀ ਚੱਲ ਰਿਹਾ ਹੈ ਤੇ ਬਹੁਤ ਕਾਮਯਾਬ ਰਿਜ਼ਲਟ ਨੇ। ਨਾਜ਼ਰੀਨ, ਇਸ ਵੇਲੇ ਅਸੀਂ ਵੈਟਰਨਰੀ ਰਿਸਰਚ ਇੰਸਟੀਚਿਊਟ ਲਾਹੌਰ ਕੈਂਟ, ਇਹਨਾਂ ਦਾ ਜਿਹੜਾ ਸ਼ੁਭ ਹੈ HS ਦਾ, ਜਿਹੜੇ ਵੈਕਸੀਨ ਇਹਦੀ ਤਿਆਰ ਹੋ ਰਹੀ ਹੈ, ਤੇ ਡਾਕਟਰ ਆਸਫਾ ਰਸੂਲ ਸਾਹਿਬਾ ਸਾਨੂੰ ਬੜੇ ਇੰਪੋਰਟੈਂਟ ਕਮਰੇ ਦੇ ਅੰਦਰ ਲੈ ਕੇ ਜਾ ਰਹੇ ਨੇ ਜਿੱਥੇ ਵੈਕਸੀਨ ਜਿਹੜੀ ਹੈ ਤਿਆਰ ਹੁੰਦੀ ਹੈ। ਔਰ ਇਹ ਇੱਕ ਬੜੀ ਮੂਜ਼ੀ ਬਿਮਾਰੀ ਹੈ, ਤੇ ਇਸ ਮੂਜ਼ੀ ਬਿਮਾਰੀ ਦਾ ਤਦਾਰਕ ਵਾਸਤੇ ਵੈਟਰਨਰੀ ਰਿਸਰਚ ਇੰਸਟੀਚਿਊਟ ਇਹ ਵੈਕਸੀਨ ਤਿਆਰ ਕਰ ਰਿਹਾ ਹੈ, ਬੜੀ ਕਾਰਾਮਦ ਹੈ। आओ वेखते हैं। डॉक्टर आसफा रसूल साहबा, मैं देख रहा पिछे वैक्सीन जी है तकरीबन तैयार है और ये जान वाली है मुख्तलिफ हॉस्पिटल्स ते सालाना कितनी वैक्सीन तैयार हो रही है HS दी? अस्सलाम वालेकुम जी, बहुत एक अहम सैक्शन है जिन्होंने हैमरेजिक सेप्टिसीमिया गलघोटू सैक्शन कहते हैं। ਇੱਥੇ ਹੈਮਰੈਜਿਕ ਸੈਪਟੀਸੀਮੀਆ ਦੀ ਵੈਕਸੀਨ ਬਣਾਈ ਜਾਂਦੀ ਹੈ, ਜੋ ਕਿ ਇੱਕ ਜਾਨਵਰ, ਵੱਡੇ ਜਾਨਵਰਾਂ ਦੀ ਇੱਕ ਮੌਜੀ ਮਰਜ਼ ਹੈ, ਔਰ ਅਗਰ ਵੈਕਸੀਨੇਸ਼ਨ ਜਾਂ ਹਿਫਾਜ਼ਤੀ ਟੀਕਾਜਾਤ ਨਾ ਲਗਾਏ ਜਾਣ ਤਾਂ ਉਹਦੀ ਮੌਤ ਵਾਕਿਆ ਹੋ ਸਕਦੀ ਹੈ। ਤੇ ਅਲਹਮਦੁਲਿਲਾ ਅਸੀਂ ਇਸ ਸੈਕਸ਼ਨ ਦੀ ਮਿਹਨਤ ਤੋਂ ਇਹ ਬਿਮਾਰੀ 100% ਕੰਟਰੋਲ ਹੈ ਫੀਲਡ ਵਿੱਚ ਜਿੱਥੇ ਇਹ ਵੈਕਸੀਨ ਲੱਗ ਰਹੀ ਹੈ। ਸਾਡਾ ਸਾਲਾਨਾ ਟਾਰਗੇਟ ਜਿਹੜਾ ਸਾਨੂੰ ਦਿੱਤਾ ਗਿਆ ਹੈ ਉਹ 35 ਮਿਲੀਅਨ ਡੋਜ਼ਿਸ ਹੈ, ਜਿਹੜੀ ਅਸੀਂ ਪੂਰੇ ਸਾਲ ਵਿੱਚ ਫੀਲਡ ਵਿੱਚ ਭੇਜਣੀ ਹੈ। ਇਹ ਤੁਸੀਂ ਪਿੱਛੇ ਵੇਖ ਸਕਦੇ ਹੋ, ਇਸ ਵੇਲੇ 60 ਲੱਖ ਡੋਜ਼ ਤਕਰੀਬਨ ਤਿਆਰ ਹੈ ਪੈ ਕੇ ਕਿ ਜਿਵੇਂ ਹੀ ਦੀ ਕੋਈ ਡਿਮਾਂਡ ਆਏ ਤੇ ਸਪਲਾਈ ਸੈਕਸ਼ਨ ਨੂੰ ਕੋਲਡ ਚੇਨ ਦੇ ਥਰੂ ਸ਼ਿਫਟ ਕਰ ਦਿੱਤੀ ਜਾਏ, ਔਰ ਕੋਲਡ ਚੇਨ ਦੇ ਥਰੂ ਫਿਰ ਅੱਗੇ ਸਪਲਾਈ ਸੈਕਸ਼ਨ ਦੇ ਥਰੂ ਅੱਗੇ ਫੀਲਡ ਵਿੱਚ ਚਲੀ ਜਾਏਗੀ ਜਾਨਵਰਾਂ ਨੂੰ ਲਗਾਉਣ ਵਾਸਤੇ। ਤੇ ਤਕਰੀਬਨ ਇੰਨਾ ਹੀ ਮਟੀਰੀਅਲ ਸਾਡੇ ਕੋਲ ਇਸ ਵੇਲੇ ਮਤਲਬ ਪ੍ਰਿਪੇਅਰ ਹਾਲਤ ਵਿੱਚ ਜਿਹੜਾ ਭਰਿਆ ਜਾ ਰਿਹਾ ਹੈ, ਤੇ ਅਲਹਮਦੁਲਿਲਾ ਸਾਰੇ ਟਾਰਗੇਟ ਅਚੀਵ ਹੋ ਰਹੇ ਨੇ, ਤੇ ਵੈਕਸੀਨ ਬਹੁਤ ਹੀ ਤਰਸੀਲ ਕਦੀ ਵੀ ਨਹੀਂ ਰੁਕੀ। ਇਹੀ ਵਜ੍ਹਾ ਹੈ ਕਿ ਇਹ ਬਿਮਾਰੀ 100% ਕੰਟਰੋਲ ਹੋ ਗਈ ਹੈ। ਡਾਕਟਰ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਗਲਘੋਟੂ ਜਿਹੜੀ ਬਿਮਾਰੀ ਹੈ, ਇਹਦਾ ਜਿਹੜਾ ਬੈਕਟੀਰੀਆ ਹੈ ਉਹ ਨਾਰਮਲ ਇਨਹੈਬੀਟੈਂਟ ਹੈ ਗਾਵਾਂ ਤੇ ਮੱਝਾਂ ਦੇ ਰੈਸਪੀਰੇਟਰੀ ਟਰੈਕਟ ਦਾ,
ਔਰ ਇਹ ਸੀਜ਼ਨਲ ਬਿਮਾਰੀ ਹੈ, ਮੌਸਮੀ ਬਿਮਾਰੀ ਹੈ, ਹਰ ਸੀਜ਼ਨ 'ਚ ਹਰ ਸਾਲ ਆਏਗੀ ਤੇ ਉਹਦੀ ਵਜ੍ਹਾ ਤੋਂ ਸਾਨੂੰ ਵੈਕਸੀਨ ਦੀ ਹਿਫਾਜ਼ਤੀ ਟੀਕਾਜਾਤ ਲਾਜ਼ਮੀ ਬਣਾਉਣੇ ਪੈਣਗੇ ਇਸ ਬਿਮਾਰੀ ਨੂੰ ਕੰਟਰੋਲ ਕਰਨ ਵਾਸਤੇ। ਉਹ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਤਰੀਕਾ ਨਹੀਂ ਹੈ ਇਹਦੀ ਰੋਕਥਾਮ ਲਈ। ਇਸ ਵਜ੍ਹਾ ਤੋਂ ਇਹ ਵੈਕਸੀਨ ਸਾਡੀ ਬਣਦੀ ਹੈ। ਪਹਿਲੇ ਸਾਲਾਂ 'ਚ ਇਹਦਾ ਟਾਰਗੇਟ ਸੀ ਕਦੀ 28 ਮਿਲੀਅਨ ਸੀ, ਫਿਰ ਵੱਧ ਕੇ 30 ਮਿਲੀਅਨ ਹੋਇਆ, ਹੁਣ ਇਸ ਸਾਲ 35 ਮਿਲੀਅਨ ਡੋਜ਼ਿਸ ਹੋ ਗਿਆ। ਡਾਕਟਰ ਆਸਮ ਜੰਜੂਆ ਸਾਹਿਬ, ਇਹ ਜਿਹੜਾ ਸੈਕਸ਼ਨ ਅਸੀਂ ਦੇਖ ਰਹੇ ਹਾਂ ਇਹ ਕਿਸ ਚੀਜ਼ ਦਾ ਸੈਕਸ਼ਨ ਹੈ? ਇਹ ਵਾਲੀ ਲੈਬਾਰਟਰੀ ਸਟੇਟ ਆਫ ਦੀ ਆਰਟ ਲੈਬਾਰਟਰੀ ਵਜ਼ੀਰ ਆਜ਼ਮ ਸਾਹਿਬ ਦੇ ਫੰਡਸ ਦੀ ਇਸਤੇਮਾਲ ਕਰਦੇ ਹੋਇਆ ਇਹ ਪਾਕਿਸਤਾਨ ਦੀ ਜਿਹੜੀ ਲੇਟੈਸਟ ਸੈੱਲ ਕਲਚਰ ਲੈਬਾਰਟਰੀ ਇਸ ਟਾਈਮ ਮੌਜੂਦ ਹੈ। ਇਹਦੇ ਚ ਲੇਟੈਸਟ BSL 2 ਲੈਵਲ ਦੀ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਨੇ ਅਵੇਲੇਬਲ ਨੇ ਔਰ ਇਸ ਜਗ੍ਹਾ ਤੇ ਜਿਹੜੀ ਅਸੀਂ ਵੈਕਸੀਨ ਬਣਾ ਰਹੇ ਹਾਂ ਉਹ ਭੇਡਾਂ ਔਰ ਬੱਕਰੀਆਂ ਦੀ ਇੱਕ ਬੜੀ ਮੂਜ਼ੀ ਮਰਜ਼ ਹੈ। ਕਾਟਾ ਉਹਨੂੰ ਪੰਜਾਬੀ 'ਚ ਅਸੀਂ ਕਹਿੰਦੇ ਆ, ਇੰਗਲਿਸ਼ 'ਚ ਉਹਦਾ ਨਾਂ PPR ਹੈ। ਉਹਦੇ ਖਿਲਾਫ ਜਿਹੜੀ ਆ ਉਹ ਇਹ ਵੈਕਸੀਨ ਜਿਹੜੀ ਹੈ ਤਾਹਿਆਤ ਇਮਿਊਨਿਟੀ ਜਿਹੜੀ ਆ ਉਹ ਦਿੰਦੀ ਆ ਔਰ ਇਹ ਵੈਕਸੀਨ ਜਿਹੜੀ ਆ ਇਸਤੇਮਾਲ ਕਰਦਿਆਂ ਹੋਇਆਂ ਇਸ ਬਿਮਾਰੀ ਨੂੰ ਅਸੀਂ ਪਾਕਿਸਤਾਨ 'ਚੋਂ ख़त्म करना है 2030 तक 2030 तक पूरी दुनिया चों इस बीमारी को असी ख़त्म करना है। मैं दसना चाहांगा कि लेटेस्ट इक्विपमेंट CO2 इनक्यूबेटर्स ये होर सारे आटोक्लेव्स और ओवनस ये सब कुछ इस लैबार्टरी दे विच नवां पिछले साल खरीदिया गया है और इस वजह तो ये लैबार्टरी जिहड़ी आ एक सैल कल्चर के हवाले नाल इंपॉर्टेंट तरीन जी लैबार्टरी बन चुकी है और इतने जी वैक्सीन बना रहे हैं इंटरनेशनल लैवल की असी वैक्सीन बना रहे हैं और इस वैक्सीन को इस्तेमाल करते हुए PPR की बीमारी को असी पंजाब चों और फिर पाकिस्तान चों ख़त्म करना है और इंशाअल्लाह साडा इस सैक्शन की और गवर्नमेंट पंजाब की जी वो ये कंट्रीब्यूशन होएगी कि गरीब जोड़े साडे फार्मर्स ने भेड़ां बकरियां पालते हैं। तुहानूं पता है कि भेड़ां बकरियां पालने वाले साडे छोटे छोटे फार्मर्स ने जी 4-4 6-6 जिन्हों की सारा जो खानदानी निज़ाम है वो इन्हां भेड़ा बकरियां ते ही चल रहा है तो उन्हां ये बीमारी जिहड़ी आ बकरियां नूं खास तौर ते 80% तक जिहड़ी आ मोर्टैलिटी जिहड़ी आ अमवात आ हो जांदियां ने। ਡਾਕਟਰ ਖਾਲਿਦ ਸ਼ਫੀ ਸਾਹਿਬ, ਤੁਸੀਂ ਇਹ ਫਰਮਾਓ ਕਿ ਅਸੀਂ ਆਪਣੇ ਇਰਦ ਗਿਰਦ ਜਿਹੜੇ ਟਰੱਕ ਦੇਖ ਰਹੇ ਹਾਂ ਔਰ ਮਹਿਕਮਾ ਲਾਈਵ ਸਟਾਕ ਹੁਕੂਮਤ ਪੰਜਾਬ ਲਿਖਿਆ ਹੈ, ਇਹ ਜਿਹੜੀ ਸਪਲਾਈ ਹੈ ਵੈਕਸੀਨ ਦੀ ਸਪਲਾਈ, ਇਹ ਤੁਸੀਂ ਕਿਸ ਤਰ੍ਹਾਂ ਕਰਦੇ ਹੋ? ਕੀ ਤਰੀਕੇਕਾਰ ਨੇ ਔਰ ਇਹਦਾ ਫਾਇਦਾ ਜਿਹੜਾ ਇੱਕ ਆਮ ਫਾਰਮਰ ਨੂੰ ਕਿਸ ਤਰ੍ਹਾਂ ਮਿਲ ਰਿਹਾ? ਡਾਕਟਰ ਸਾਹਿਬ, ਜਿਹੜੇ ਰੀਫਰ ਕੰਟੇਨਰ ਲੱਗੇ ਨੇ ਟਰੱਕਾਂ ਦੇ ਪਿੱਛੇ, ਇਹਨਾਂ ਦਾ ਮੇਨ ਮਕਸਦ ਹੈ ਕਿ ਵੈਕਸੀਨ ਨੂੰ 2 to 8 ਡਿਗਰੀ ਟੈਂਪਰੇਚਰ ਮੇਨਟੇਨ ਕਰਕੇ ਐਂਡ ਯੂਜ਼ਰ ਤੱਕ ਸਪਲਾਈ ਕੀਤਾ ਜਾਏ, ਕਿਉਂਕਿ ਵੈਕਸੀਨ ਉਸੇ ਸੂਰਤ 'ਚ ਕੰਮ ਕਰਦੀ ਹੈ ਅਗਰ ਉਹਦਾ ਟੈਂਪਰੇਚਰ ਮੇਨਟੇਨ ਹੈ। ਔਰ ਅਲਹਮਦੁਲਿਲਾ ਪਿਛਲੇ 5-7 ਸਾਲ ਤੋਂ ਜਿਹੜੇ ਵੈਕਸੀਨ ਦੇ ਰਿਜ਼ਲਟ ਆ ਰਹੇ ਨੇ ਉਹਦੀ ਮੇਨ ਕੰਟਰੀਬਿਊਸ਼ਨ ਜਿਹੜਾ ਇੱਕ ਕੋਲਡ ਚੇਨ ਹੈ, ਜਿਹਦੀ ਵਜ੍ਹਾ ਤੋਂ ਵੈਕਸੀਨ ਜਿਹੜੀਆਂ ਨੇ ਉਹ ਇੱਕ ਮੁਨਾਸਿਬ ਟੈਂਪਰੇਚਰ ਤੇ ਜਾਂਦੀਆਂ ਨੇ ਔਰ ਜਾਨਵਰਾਂ ਨੂੰ ਲੱਗਦੀਆਂ ਨੇ। ਉਸੇ ਵਜ੍ਹਾ ਤੋਂ ਅਲਹਮਦੁਲਿਲਾ ਡਿਜ਼ੀਜ਼ਸ ਦਾ ਇੰਸੀਡੈਂਸ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਕਮ ਹੋ ਗਿਆ। ਡਾਕਟਰ ਸਜਾਦ ਹੁਸੈਨ ਸੰਗੀ ਸਾਹਿਬ, ਤੁਸੀਂ ਮਾਸ਼ਾਅੱਲਾ ਡਾਇਰੈਕਟਰ ਵੈਟਰਨਰੀ ਰਿਸਰਚ ਇੰਸਟੀਚਿਊਟ ਲਾਹੌਰ ਕੈਂਟ ਹੋ। ਇਹ ਦੱਸੋ ਕਿ ਇਹ ਅਦਾਰਾ ਕਦੋਂ ਕਾਇਮ ਹੋਇਆ, ਇਸ ਅਦਾਰੇ ਦੇ ਮਕਸਦ ਕੀ ਸਨ ਕਾਇਮ ਹੋਣ ਦੇ? ਵੈਟਰਨਰੀ ਇੰਸਟੀਚਿਊਟ 1962 ਵਿੱਚ ਕਾਇਮ ਹੋਇਆ ਔਰ ਲਾਈਵ ਸਟਾਕ ਦੇ ਮਹਿਕਮੇ ਦੇ ਵਿੱਚ ਇਸ ਇਦਾਰੇ ਦੇ ਕਾਇਮ ਕਰਨ ਦਾ ਮਕਸਦ ਇਹ ਸੀ ਕਿ ਪੰਜਾਬ ਦੇ ਵਿੱਚ ਜਾਨਵਰਾਂ ਦੇ ਬਿਮਾਰੀਆਂ ਦੀ ਤਸ਼ਖੀਸ, ਉਹਨਾਂ ਦੇ ਉੱਤੇ ਤਹਿਕੀਕ, ਰਿਸਰਚ ਦੇ ਕੰਮ ਤੇ ਉਹਦੇ ਉੱਤੇ ਜਿੰਨੀ ਬਿਮਾਰੀਆਂ ਦਾ ਰੋਕਥਾਮ ਵਾਸਤੇ ਹਿਫਾਜ਼ਤੀ ਟੀਕਾਜਾਤ ਬਣਾਉਣੇ ਨੇ, ਉਹਦੇ ਵਾਸਤੇ ਇਸ ਇਦਾਰੇ ਨੇ 1962 ਤੋਂ ਲੈ ਕੇ ਹੁਣ ਤੱਕ ਕਾਫੀ ਤਰੱਕੀ ਕੀਤੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਬਿਮਾਰੀਆਂ ਨੇ ਉਹਨਾਂ ਦੇ ਉੱਤੇ ਤਹਿਕੀਕ ਕਰ ਰਹੀ ਹੈ। ਪਲੱਸ ਉਹਨਾਂ ਦੇ ਉੱਤੇ ਜਿੰਨੀ ਵੀ ਬਿਮਾਰੀਆਂ ਦੀ ਇਸ ਟਾਈਮ 100% ਗੌਰਮੈਂਟ ਔਰ ਵਜ਼ੀਰ ਆਲਾ ਪੰਜਾਬ ਦੇ ਵਿਜ਼ਨ ਦੇ ਮੁਤਾਬਿਕ ਔਰ ਸਾਡੇ ਮਿਨਿਸਟਰ ਜਨਾਬ ਹਸਨੈਨ ਬਹਾਦਰ ਦਰੇਸ਼ਕ ਸਾਹਿਬ ਦੇ ਵਿਜ਼ਨ ਦੇ ਮੁਤਾਬਿਕ ਪੂਰੇ ਪੰਜਾਬ ਵਿੱਚ ਜਿੰਨੀਆਂ ਬਿਮਾਰੀਆਂ ਨੇ ਉਹਨਾਂ ਦੀ ਮੁਫਤ ਵਿੱਚ ਵੈਕਸੀਨ ਫਰਾਹਮ ਕੀਤੀ ਜਾ ਰਹੀ ਹੈ। ਔਰ ਖਾਸ ਕਰ ਪੰਜਾਬ ਦੇ ਵਿੱਚ ਤੁਸੀਂ ਨਾਂ ਸੁਣਿਆ ਹੋਣਾ ਗਲ ਘੋਟੂ ਦੀ ਬਿਮਾਰੀ, ਉਹਦੀ ਵਜ੍ਹਾ ਤੋਂ ਕਿਸਾਨਾਂ ਦਾ ਬਹੁਤ ਬੜਾ ਨੁਕਸਾਨ ਹੁੰਦਾ ਸੀ। ਇਸ ਤਰ੍ਹਾਂ ਜਿਹੜੀ ਤੁਹਾਡੀ ਬਲੈਕ ਕੁਆਟਰ ਦੀ ਹੈਗੀ ਜਿਹਨੂੰ ਚੌੜੀ ਮਾਰ ਕਹਿੰਦੇ ਨੇ, ਇਸ ਤਰ੍ਹਾਂ ਅੰਤੜੀਆਂ ਦਾ ਜ਼ਹਿਰ ਹੈਗਾ ਛੋਟੇ ਜਾਨਵਰਾਂ ਦਾ,
ਕਾਟਾ ਦੀ ਬਿਮਾਰੀ ਹੈ, ਉਹਨਾਂ ਸਾਰਿਆਂ ਦੇ ਉੱਤੇ ਵੈਕਸੀਨ ਪੂਰੇ ਪੰਜਾਬ ਵਿੱਚ ਮੁਫਤ ਕਿਸਾਨਾਂ ਨੂੰ ਫਰਾਹਮ ਕੀਤੀ ਜਾ ਰਹੀ ਹੈ। ਔਰ ਕਿ ਉਹਦੇ ਨਾਲ ਉਹਦਾ ਫਾਇਦਾ ਇਹ ਹੋ ਰਿਹਾ ਕਿ ਅਲਹਮਦੁਲਿਲਾ ਪਿਛਲੇ ਕੋਈ 5 ਸਾਲਾਂ ਤੋਂ ਗਲਘੋਟੂ ਦੀ ਤੇ ਦੂਸਰਾ ਕਾਟਾ ਦੀ ਔਰ ਇਹਨਾਂ ਦੀ ਇਸ ਟਾਈਮ ਬਿਮਾਰੀ ਮੌਜੂਦ ਨਹੀਂ ਹੈਗੀ ਕਿਸ ਫੀਲਡ ਦੇ ਵਿੱਚ, ਔਰ ਜਿਹਦੀ ਵਜ੍ਹਾ ਤੋਂ ਸਾਡੇ ਬਹੁਤ ਸਾਰੇ ਮਾਲੀ ਫਾਇਦੇ ਵੀ ਕਿਸਾਨਾਂ ਨੂੰ ਹੋ ਰਹੇ ਨੇ। ਔਰ ਉਹਨਾਂ ਦੇ ਜਿੰਨੇ ਗੁਰਬਤ ਮੁਕਾਓ ਪ੍ਰੋਗਰਾਮ ਦੇ ਵਿੱਚ ਲਾਈਵ ਸਟਾਕ ਦਾ ਜਿੰਨੇ ਵੀ ਸਾਡੇ ਕੰਮ ਨੇ ਉਹਦੇ ਵਿੱਚ ਇਸ ਇਦਾਰੇ ਦਾ ਬਹੁਤ ਬੜਾ ਰੋਲ ਹੁੰਦਾ ਹੈ ਕਿ ਜਿੰਨੀ ਵੀ ਬਿਮਾਰੀ ਦੀ ਰੋਕਥਾਮ ਵਾਸਤੇ ਤਹਿਕੀਕ ਹੈਗੀ, ਵੈਕਸੀਨ ਕੋਈ ਨਵੀਂ ਬਣਾਉਣੀ ਹੈ, ਕੋਈ ਹੋਰ ਨਵੇਂ ਮਸਲੇ ਜਿਹੜੇ ਦਿਨ ਸਾਡੇ ਆਉਂਦੇ ਰਹਿੰਦੇ ਨੇ ਮਸਾਇਲ, ਕੋਈ ਅਚਾਨਕ ਆਊਟਬ੍ਰੇਕ ਆ ਜਾਂਦੀ ਹੈ, ਉਹਦੇ ਵਾਸਤੇ ਫ੍ਰੀ ਆਫ ਕਾਸਟ ਪੂਰੇ ਪੰਜਾਬ ਦੇ ਵਿੱਚ ਵੈਕਸੀਨ ਬਣਾ ਕੇ, ਪੰਜਾਬ ਤੋਂ ਇਲਾਵਾ ਲਾਈਵ ਸਟਾਕ ਮਹਿਕਮੇ ਦੇ ਕੋਲੋਂ ਜਿੰਨੀ ਕੋਈ ਜ਼ਿਆਦਾ ਵੈਕਸੀਨ ਆਉਂਦੀ ਅਸੀਂ ਗਿਲਗਿਤ ਬਲਤਿਸਤਾਨ, ਆਜ਼ਾਦ ਜੰਮੂ ਕਸ਼ਮੀਰ, ਈਵਨ ਸਾਡਾ ਆਪਣਾ ਜਿਹੜਾ ਹੈਗਾ ਖੈਬਰ ਪਖਤੂਨਖਵਾ, ਉੱਥੇ ਵੀ ਅਸੀਂ ਵੈਕਸੀਨ ਉਹਨਾਂ ਦੀ ਜ਼ਰੂਰਤ ਦੇ ਮੁਤਾਬਿਕ ਪੂਰੀ ਕਰਦੇ ਰਹਿੰਦੇ ਹਾਂ ਨਾ। ਤੇ ਇਹਦਾ ਇਸ ਵਾਸਤੇ ਇਸ ਇਦਾਰੇ ਦਾ ਰੋਲ ਜਿਹੜਾ ਹੈ ਮਖਸੂਸ ਤੌਰ ਤੇ ਬਿਮਾਰੀਆਂ ਦੇ ਉੱਤੇ ਤਹਿਕੀਕ ਤੇ ਉਹਨਾਂ ਦੀ ਵੈਕਸੀਨ ਬਣਾ ਕੇ ਜਾਨਵਰਾਂ ਨੂੰ ਮੁਹੱਈਆ ਕਰਨਾ, ਤੇ ਇਹਦੇ ਨਾਲ ਨਾਲ ਅਸੀਂ ਸਾਡੇ ਫੀਲਡ ਦੇ ਵਿੱਚ ਜਿੰਨੇ ਕੋਈ ਵੈਟਰਨਰੀ ਦਾ ਤੇ ਪੈਰਾ ਵੈਟਰਨਰੀ ਦਾ ਸਟਾਫ ਹੈਗਾ ਉਹਨਾਂ ਦੀ ਟ੍ਰੇਨਿੰਗ ਵੀ ਅਸੀਂ ਇੱਥੇ ਕਰਾਉਂਦੇ ਹਾਂ। ਤੇ ਅਸੀਂ ਹੁਣ ਪਿਛਲੇ ਕੋਈ 2015-16 ਤੋਂ ਇਹ ਇਦਾਰਾ ਜਿਹੜਾ ISO ਦੇ ਸਟੈਂਡਰਡਸ ਨੇ ਉਹ ਪੂਰੇ ਕਰ ਚੁੱਕਿਆ ਹੈ, ਔਰ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਜਿੰਨੀ ਸਟੈਂਡਰਡਸ ਨੇ ਕੁਆਲਿਟੀ ਕੰਟਰੋਲ ਦੇ ਸਾਡੀ ISO 17025 ਐਕਰੀਡੇਟਡ ਲੈਬੋਰਟਰੀ ਕੁਆਲਿਟੀ ਕੰਟਰੋਲ ਦਾ ਪੂਰਾ ਸਿਸਟਮ, ਔਰ ਉਹਦੇ ਨਾਲ ਜਿੰਨੀਆਂ ਪ੍ਰੋਡਕਟਸ ਨੂੰ ISO ਸਟੈਂਡਰਡਾਈਜ਼ ਨੇ, ਤੇ ਇਨਸ਼ਾਅੱਲਾ ਵੇ ਫਾਰਵਰਡ ਇਹੀ ਹੈ ਕਿ ਅਗਰ ਅਸੀਂ ਇਹਨੂੰ ਅੱਗੇ ਬਾਅਦ ਵਿੱਚ ਇਹਦੇ ਪੂਰੇ ਲਵਾਜ਼ਮਾਤ ਪੂਰੀਆਂ ਕਰਕੇ ਅਗਰ ਕੋਈ ਐਕਸਪੋਰਟ ਵੀ ਕਰ ਸਕੇ। ਫਿਲਹਾਲ ਅਸੀਂ ਇਸ ਵਕਤ ਕੋਈ ਵੈਕਸੀਨ ਐਕਸਪੋਰਟ ਬਾਹਰ ਨਹੀਂ ਭੇਜ ਰਹੇ ਮੁਲਕਾਂ ਨੂੰ। ਆਉਣ ਵਾਲੇ ਵਕਤ 'ਚ ਚਾਂਸਿਸ ਹੈ ਨੇ ਕਿ ਅਸੀਂ ਐਕਸਪੋਰਟ ਕਰ ਸਕਾਂਗੇ? ਇਹਦੇ ਦੋ ਚੀਜ਼ਾਂ ਚੱਲ ਰਹੀਆਂ ਨੇ ਗਵਰਨਮੈਂਟ ਦੇ ਵਿਜ਼ਨ ਦੇ ਮੁਤਾਬਿਕ। ਬੇਸਿਕਲੀ ਸਾਡਾ ਪ੍ਰਾਈਵੇਟ ਸੈਕਟਰ ਨਾਲ ਅਸੀਂ ਕੋਲੈਬੋਰੇਸ਼ਨ ਵਿੱਚ ਕੰਮ ਕਰ ਰਹੇ ਹਾਂ। ਰਿਸਰਚ ਖਾਸ ਕਰ ਹੁਣ ਅਸੀਂ ਇਸ ਪਿਛਲੇ ਸਾਲ ਤੋਂ ਰਿਸਰਚ ਦੇ ਵਿੱਚ ਜ਼ਿਆਦਾ ਇਨੀਸ਼ੀਏਟਿਵ ਲਏ ਨੇ ਔਰ ਪ੍ਰਾਈਵੇਟ ਸੈਕਟਰ ਨਾਲ ਲੈ ਕੇ ਆ ਰਹੇ ਹਾਂ ਨਾਲੇਜ ਟ੍ਰਾਂਸਫਰ ਦੇ ਵਿੱਚ, ਔਰ ਉਹਨਾਂ ਨੂੰ ਇਹ ਟੈਕਨੋਲੋਜੀ ਟ੍ਰਾਂਸਫਰ ਵਿੱਚ ਜ਼ਿਆਦਾ ਗਵਰਨਮੈਂਟ ਦਾ ਬਿਲਕੁਲ ਇਹੀ ਵਿਜ਼ਨ ਹੈ ਕਿ ਤੁਸੀਂ ਇਹ ਟੈਕਨੋਲੋਜੀ ਪ੍ਰਾਈਵੇਟ ਸੈਕਟਰ ਨਾਲ ਸ਼ੇਅਰ ਕਰੋ, ਉਹਨਾਂ ਨੂੰ ਟ੍ਰਾਂਸਫਰ ਕਰੋ, ਤਾਂ ਕਿ ਅਸੀਂ ਚਾਹੁੰਦੇ ਕਿ ਪ੍ਰਾਈਵੇਟ ਸੈਕਟਰ ਖੜਾ ਹੋਵੇ ਔਰ ਇਸ ਇੰਡਸਟਰੀ ਨੂੰ ਪ੍ਰੋਪਰ, ਚੂँकि ਉਹੀ ਕੰਮ ਕਰ ਸਕਦੇ ਪ੍ਰੋਪਰ ਇਹਦੇ ਉੱਤੇ, ਔਰ ਉਹ ਜਾ ਕੇ ਬਾਹਰ ਮੁਲਕਾਂ 'ਚ ਵੈਕਸੀਨ ਭੇਜੇ ਕਿ ਅਸੀਂ ਇਦਾਰਾ ਸਾਡੀ ਪਿੱਛੋਂ ਰਿਸਰਚ ਦੀ ਜਿਹੜੀ ਉਹਦੀ ਸਪੋਰਟ ਹੈਗੀ ਤੇ ਨਾਲ ਵੈਕਸੀਨ ਦੇ ਜਿੰਨੀ ਕੋਈ ਟੈਕਨੋਲੋਜੀ ਦੀ ਕਿ ਉਹਨਾਂ ਦੇ ਤਹਿਕੀਕ ਕਰਕੇ ਮਜ਼ੀਦ, ਔਰ ਖਾਸ ਕਰ ਜਿਹੜਾ ਫੀਲਡ ਦੀ ਬਿਮਾਰੀਆਂ ਦੇ ਮੁਖਤਲਿਫ ਬਿਮਾਰੀਆਂ ਦੇ ਜਰਾਸੀਮ ਨੇ ਉਹ ਬਦਲਦੇ ਰਹਿੰਦੇ ਨੇ, ਤੇ ਉਹਨਾਂ ਦੇ ਉੱਤੇ ਹਰ ਸਾਲ ਅਸੀਂ ਡਾਟਾ ਆਪਣਾ ਅਪਡੇਟ ਕਰਕੇ ਉਹਨਾਂ ਦੀ ਖਿਦਮਤ ਕਰੀਏ ਤਾਂ ਔਰ ਪ੍ਰਾਈਵੇਟ ਸੈਕਟਰ ਵੈਕਸੀਨ ਬਣਾ ਕੇ ਬਾਹਰ ਭੇਜੇ। ਡਾਕਟਰ ਮੁਹੰਮਦ ਇਕਬਾਲ ਸਾਹਿਬ, ਮਾਸ਼ਾਅੱਲਾ ਤੁਸੀਂ ਡਾਇਰੈਕਟਰ ਜਨਰਲ ਵੈਟਰਨਰੀ ਰਿਸਰਚ ਇੰਸਟੀਚਿਊਟ ਲਾਹੌਰ ਕੈਂਟ ਹੋ, ਤੇ ਤੁਸੀਂ ਇਹ ਫਰਮਾਓ ਕਿ ਅਸੀਂ ਪਹਿਲੇ ਵੀ ਇੱਥੇ ਕਾਫੀ ਦਫਾ ਪ੍ਰੋਗਰਾਮ ਕਰਨ ਆਏ ਆ ਤੇ ਕਾਫੀ ਚੇਂਜਸ ਦੇਖ ਰਹੇ ਆ। ਸਫਾਈ ਸੁਥਰਾਈ ਤੇ ਪਹਿਲੇ ਵੀ ਸੀ ਤੇ ਹੁਣ ਉਸ ਤੋਂ ਵੀ ਬਿਹਤਰ ਹੈ। ਤੇ ਇੱਕ ਬਿਲਡਿੰਗ ਮੈਂ ਇੱਕ ਬਾਰ ਦੇਖੀ ਹੈ ਵਾਈਟ ਕਲਰ ਦੀ, ਮੈਂ ਸਭ ਤੋਂ ਪਹਿਲੇ ਉਹੀ ਪੁੱਛਣਾ ਚਾਹਾਂਗਾ ਕਿ ਉਹ ਬਿਲਡਿੰਗ ਕੀ ਹੈ? ਜੀ ਡਾਕਟਰ ਸਾਹਿਬ, ਇਹ ਵੈਟਰਨਰੀ ਰਿਸਰਚ ਇੰਸਟੀਚਿਊਟ ਹੈ। ਇਹ ਬੇਸਿਕਲੀ ਇਸ ਇੰਸਟੀਚਿਊਟ ਦਾ ਬੈਕਬੋਨ ਹੈਗੀ ਆ ਸਾਡੇ ਜਿਹੜੀ ਹੈ ਪੂਰੇ ਲਾਈਫ ਸਟਾਕ ਡਿਪਾਰਟਮੈਂਟ ਦੀ, ਕਿਉਂਕਿ ਇਹ ਇੰਸਟੀਚਿਊਟ ਜਿਹੜਾ ਨਾ ਇਹ ਵੈਕਸੀਨ ਪ੍ਰੋਡਿਊਸ ਕਰਦਾ ਹੈ ਜਿਹੜੀ ਕਿ ਹਿਫਾਜ਼ਤੀ ਟੀਕਾਜਾਤ ਸਾਰੇ ਨੇ, ਸਾਰੇ ਜਾਨਵਰਾਂ ਦੇ ਪ੍ਰੋਡਿਊਸ ਹੁੰਦੇ ਨੇ ਇੱਥੇ, ਔਰ ਅਗਰ ਇਹ ਹਿਫਾਜ਼ਤੀ ਟੀਕਾਜਾਤ ਬਾਰ ਵਕਤ ਔਰ ਟਾਈਮ ਦੇ ਨਾਲ ਸਹੀ ਲਗਾ ਦਿੱਤੇ ਜਾਣ ਤੇ ਬਿਮਾਰੀ ਨਹੀਂ ਆਉਂਦੀ। ਇਹ ਇੰਸਟੀਚਿਊਟ ਜਿਹੜਾ ਹੈਗਾ ਇਹ 1963 ਦੇ ਵਿੱਚ ਬਣਾਇਆ ਗਿਆ ਸੀ, ਲੇਕਿਨ ਇਹਦੀ ਡਿਵੈਲਪਮੈਂਟ ਹੁੰਦੇ ਪਿਛਲੇ 4-5 ਸਾਲਾਂ ਦੇ ਕਾਫੀ ਡਿਵੈਲਪਮੈਂਟ ਕੀਤੀ ਹੈ। ਇਹਨੂੰ ਅਸੀਂ ISO ਸਰਟੀਫਾਈਡ ਕੀਤਾ ਹੈ, ਆਪਣੀਆਂ ਇਹਦੀਆਂ ਕੁਆਲਿਟੀ ਕੰਟਰੋਲ ਲੈਬੋਰਟਰੀ ਜਿਹੜੀਆਂ ਐਕਰੀਡੇਟਡ ਕੀਤੀਆਂ ਨੇ, ਤਾਂ ਕਿ ਐਕਰੀਡੇਟੇਸ਼ਨ ਦਾ ਮਤਲਬ ਹੁੰਦਾ ਕਿ ਜੋ ਰਿਜ਼ਲਟ ਇੱਥੋਂ ਹੈ ਉਹ ਹੀ ਬਾਹਰੋਂ ਰਿਜ਼ਲਟ ਆ ਰਿਹਾ ਉਸਦਾ। ਤੇ ਦੂਸਰੀ ਚੀਜ਼ ਇਹ ਹੈ ਕਿ ਅਸੀਂ ਇਹ ਬਹੁਤ ਸਾਰੀਆਂ ਵੈਕਸੀਨਾਂ ਇੱਥੇ ਬਣਾਉਂਦੇ ਹਾਂ ਔਰ ਕੁਆਲਿਟੀ ਵੈਕਸੀਨਾਂ ਬਣਦੀਆਂ ਨੇ, ਔਰ ਅਲਹਮਦੁਲਿਲਾ ਅਸੀਂ ਬਹੁਤ ਸਾਰੀਆਂ ਵੈਕਸੀਨ ਇੰਪਰੂਵ ਕੀਤੀਆਂ ਨੇ, ਉਹਨਾਂ ਦੀਆਂ ਡੋਜ਼ਿਸ ਵੀ ਇੰਪਰੂਵ ਕੀਤੀਆਂ ਨੇ। ਪਹਿਲੇ ਡੋਜ਼ ਜਿਹੜੀ ਸੀ ਉਹ ਗਲਗੋਟੂ ਦੀ ਜਿਹੜੀ ਸੀ ਉਹ 5 cc ਦੀ ਸੀ, ਹੁਣ ਅਸੀਂ ਉਹ 2 cc ਕਰ ਦਿੱਤੀ ਗਈ ਹੈ। ਔਰ ਬਲਕਿ ਇਸ ਤੋਂ ਇਲਾਵਾ ਵੀ ਕਿ ਉਹ ਪਹਿਲੇ ਅਸੀਂ ਸਾਲ ਦੇ ਵਿੱਚ 2 ਦਫਾ ਲਗਾਉਂਦੇ ਸਨ, ਅਸੀਂ ਉਹਨੂੰ ਇੰਪਰੂਵ ਕਰਕੇ ਹੁਣ ਸਾਲ ਦੇ ਵਿੱਚ 1 ਦਫਾ ਉਹ ਲਗਾਈ ਜਾਂਦੀ ਹੈ ਔਰ ਬੜੇ ਅੱਛੇ ਰਿਜ਼ਲਟ ਹੈ ਅਲਹਮਦੁਲਿਲਾ। ਇਸ ਵੇਲੇ ਸਾਡੇ ਪੂਰੇ ਪੰਜਾਬ 'ਚ ਕਿਤੇ ਸਾਨੂੰ ਕੋਈ ਆਊਟਬ੍ਰੇਕ ਨਜ਼ਰ ਨਹੀਂ ਆ ਰਹੀ ਗਲਗੋਟੂ ਦੀ। ਇਸੇ ਤਰ੍ਹਾਂ ਬਾਕੀ ਸਾਰੀਆਂ ਵੈਕਸੀਨਾਂ ਨੇ, ਤੇ ਸਾਡਾ ਸਿਲਸਿਲਾ ਜਿਹੜਾ ਅਲਹਮਦੁਲਿਲਾ ਬੜਾ ਉੱਚਾ ਜਾ ਰਿਹਾ ਹੈ
ਔਰ ਅਗਰ ਇਸੇ ਤਰ੍ਹਾਂ ਅਸੀਂ ਚੱਲਦੇ ਰਹੇ ਤਾਂ ਇਨਸ਼ਾਅੱਲਾ ਬਾਕੀ ਵੀ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਇਹਨਾਂ ਨੂੰ ਅਸੀਂ ਖਤਮ ਕਰਨ ਦੇ ਕਰੀਬ ਪਹੁੰਚ ਜਾਵਾਂਗੇ। ਦੂਸਰੀ ਚੀਜ਼ ਇਹ ਹੈ ਕਿ ਬਾਹਰ ਇੱਕ ਤੁਸੀਂ ਗੱਲ ਕੀਤੀ ਹੈ ਕਿ ਇੱਕ ਸਫੇਦ ਰੰਗ ਦੀ ਬਿਲਡਿੰਗ ਬਣੀ ਹੈ, ਉਹ ਅਸਲ ਉਹਦੇ ਬੇਸਿਕ ਮਕਸਦ ਇਹ ਹੈ ਕਿ ਉਹਦੇ ਵਿੱਚ ਕੋਲਡ ਚੇਨ ਸਪਲਾਈ ਸਿਸਟਮ ਉਹਨੂੰ ਕਿਹਾ ਜਾਂਦਾ ਹੈ, ਕਿਉਂਕਿ ਉਹਦੇ ਵਿੱਚ ਸਾਡੀ ਜਿੰਨੀ ਵੈਕਸੀਨ ਬਣ ਰਹੀ ਹੈ ਉਹ ਕੋਲਡ ਸਿਸਟਮ ਦੇ ਜ਼ਰੀਏ ਉੱਥੇ ਸਟੋਰ ਹੁੰਦੀ ਹੈ। ਉਸ ਤੋਂ ਬਾਅਦ ਉਹਦੇ ਵਿੱਚ ਸਾਡੇ ਕੋਲਡ ਚੇਨ ਦੇ ਟਰੱਕ ਨੇ ਜਿਹੜੇ ਜਿਸ ਤਰ੍ਹਾਂ ਦੇ ਆਈਸਕ੍ਰੀਮ ਦੇ ਟਰੱਕ ਨੇ ਬਿਲਕੁਲ ਉਸੇ ਤਰ੍ਹਾਂ ਦੇ ਨੇ, ਉਹਨਾਂ ਦੇ ਜ਼ਰੀਏ ਉਹ ਵੈਕਸੀਨ ਜਿਹੜੀ ਆ ਉਹ ਫੀਲਡ ਦੇ ਵਿੱਚ ਜਾਂਦੀ ਹੈ। ਉਹ ਬਲਕਿ ਪੂਰਾ ਮੋਨੀਟਰ ਹੁੰਦਾ ਇੱਥੋਂ ਬੈਠ ਕੇ, ਅਸੀਂ ਦੇਖਦੇ ਹਾਂ ਉਹਦਾ ਟੈਂਪਰੇਚਰ ਡਾਊਨ ਤਾਂ ਨਹੀਂ ਹੋ ਗਿਆ ਕਿਤੇ। ਫਿਰ ਇਸ ਤੋਂ ਇਲਾਵਾ ਸਾਡੇ ਕੋਲਡ ਸਿਸਟਮ ਦੇ ਨਾਲ ਸਾਡੀਆਂ 5 ਜਗ੍ਹਾ ਤੇ ਹੋਰ ਵੀ ਇਸ ਤਰ੍ਹਾਂ ਨੇ ਸਾਡੀਆਂ ਸਟੋਰੇਜ ਕਪੈਸਿਟੀ ਬਣੀ ਹੋਈਆਂ ਨੇ, ਜਿਹਦੇ ਵਿੱਚ ਸਾਡੀ ਆਪਣਾ ਸਰਗੋਦੇ ਬਣੀ ਹੋਈ ਹੈ, ਬਹਾਵਲਪੁਰ ਬਣੀ ਹੋਈ ਹੈ, ਪਿੰਡੀ ਬਣੀ ਹੋਈ ਹੈ, ਇਸੇ ਤਰ੍ਹਾਂ ਫਿਰ ਸਾਡੀ ਪੱਤੋਕੀ ਬਣੀ ਹੋਈ ਹੈ। ਇਹ ਸਾਰੀਆਂ ਇਹਦੇ ਨਾਲ ਮੁਨਸਲਿਕ ਨੇ ਔਰ ਸਾਰਾ ਇੱਥੋਂ ਮੋਨੀਟਰ ਹੁੰਦਾ ਹੈ। ਉਹਨਾਂ ਦਾ ਕੀ ਟੈਂਪਰੇਚਰ ਹੈ ਉਹ ਵੀ ਇੱਥੇ ਬੈਠਿਆਂ ਸਾਨੂੰ ਪਤਾ ਲੱਗ ਜਾਂਦਾ, ਕਿਉਂਕਿ ਅਗਰ ਇਸ ਦੇ ਨਾਲ ਵੈਕਸੀਨ ਦੀ ਐਫੀਕੇਸੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਔਰ ਟਾਈਮ ਦੇ ਨਾਲ ਉੱਥੋਂ ਫਿਰ ਅੱਗੇ ਵੀ ਸਾਰਾ ਕੋਲਡ ਸਿਸਟਮ ਸਿਲਸਿਲਾ ਚੱਲਦਾ ਹੈ। ਉੱਥੋਂ ਸਟੋਰਾਂ ਦੇ ਉੱਤੋਂ ਵੀ ਅੱਗੇ ਜਿਹੜੇ ਡਿਵੀਜ਼ਨ ਲੈਬ ਤੇ ਵੀ ਸਾਡੀਆਂ ਉੱਥੇ ਕੋਲਡ ਚੇਨ ਸਿਸਟਮ ਹੈ। ਫਿਰ ਉੱਥੋਂ ਹਸਪਤਾਲਾਂ ਦੇ ਵਿੱਚ ਵੀ ਕੋਲਡ ਚੇਨ ਸਿਸਟਮ ਚੱਲ ਰਿਹਾ ਇਸ ਵੇਲੇ, ਬਲਕਿ ਇੱਥੋਂ ਤੱਕ ਵੀ ਇਹ ਜਿਹੜਾ ਵੈਕਸੀਨ ਲੈ ਕੇ ਜਾਂਦਾ ਉਹਦੇ ਕੋਲ ਵੀ ਕੋਲਡ ਚੇਨ ਸਿਸਟਮ ਹੈ ਵੇ ਔਰ ਵੈਕਸੀਨ ਲਗਾਉਣ ਤੱਕ ਸਾਰੀ ਵੈਕਸੀਨਾਂ ਜਿਹੜੀਆਂ ਨੇ ਕੋਲਡ ਚੇਨ ਸਿਸਟਮ ਦੇ ਜ਼ਰੀਏ ਸਾਰੀਆਂ ਚੱਲਦੀਆਂ ਨੇ। ਡਾਕਟਰ ਸਾਹਿਬ ਸਿਆਣੇ ਕਹਿੰਦੇ ਨੇ ਕਿ ਪਰਹੇਜ਼ ਇਲਾਜ ਕੋਲੋਂ ਬਿਹਤਰ ਹੈ, ਤੇ ਇਸ ਲਈ ਜਿਹੜੇ ਨਾਜ਼ਰੀਨ ਸਾਡਾ ਪ੍ਰੋਗਰਾਮ ਵੇਖ ਰਹੇ ਨੇ ਤੇ ਮਾਲ ਡੰਗਰ ਪਾਲਦੇ ਨੇ ਤੇ ਹਿਫਾਜ਼ਤੀ ਟੀਕਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿ ਹਿਫਾਜ਼ਤੀ ਟੀਕੇ ਜਿਹੜੇ ਨੇ ਇਹ ਵੇਲੇ ਦੀ ਜ਼ਰੂਰਤ ਹੈ, ਕਿਉਂਕਿ ਪਹਿਲੇ ਇਸ ਤਰ੍ਹਾਂ ਹੁੰਦਾ ਸੀ ਕਿ ਜਾਨਵਰ ਬਿਮਾਰ ਹੁੰਦਾ ਸੀ ਤਾਂ ਉਹਦਾ ਇਲਾਜ ਕੀਤਾ ਜਾਂਦਾ ਸੀ। ਗੌਰਮੈਂਟ ਦੀ ਪਾਲਿਸੀ ਜਿਹੜੀ ਉਹ ਸ਼ਿਫਟ ਹੋ ਗਈ ਹੈ ਫਰੋਮ ਆਪਣਾ ਉਹਨੂੰ ਬਿਮਾਰੀਆਂ ਤੋਂ ਨਿਜਾਤ ਦਿਲਾਉਣ ਵੇ ਕਿ ਉਹਨੂੰ ਪਹਿਲੇ ਹੀ ਉਹਨੂੰ ਹਿਫਾਜ਼ਤੀ ਟੀਕੇ ਲਗਾ ਦਿੱਤੇ ਜਾਣ ਤਾਂ ਕਿ ਬਿਮਾਰੀ ਆਵੇ ਨਾ। ਇਸ ਵਾਸਤੇ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਜਿੰਨੀ ਵੀ ਵੈਕਸੀਨ ਹੋ ਰਹੀ ਹੈ ਉਹ ਫ੍ਰੀ ਆਫ ਕਾਸਟ ਹੁੰਦੀ ਪਈ ਹੈ, ਕੋਈ ਉਹਦਾ ਪੈਸਾ ਨਹੀਂ ਲਿੱਤਾ ਜਾਂਦਾ, ਗੌਰਮੈਂਟ ਖੁਦ ਬਰਦਾਸ਼ਤ ਕਰ ਰਹੀ ਹੈ ਔਰ ਉਹਦੇ ਨਾਲ ਅਲਹਮਦੁਲਿਲਾ ਸਾਡਾ ਪੂਰਾ ਕੰਟਰੋਲ ਹੈ ਇਸ ਵੇਲੇ ਬਿਮਾਰੀਆਂ ਦੇ ਉੱਤੇ, ਕਿਉਂਕਿ ਸਾਡੀਆਂ ਵੈਕਸੀਨ ਜਿਹੜੀਆਂ ਜਿੰਨੀਆਂ ਵੀ ਬਣ ਰਹੀਆਂ ਨੇ ਫਾਸਟ ਤਰੀਕੇ ਨਾਲ ਬਣ ਰਹੇ, ਬੜੇ ਕੁਆਲਿਟੀ ਦੇ ਬਣ ਰਹੇ ਨੇ। ਨਾਜ਼ਰੀਨ ਤੁਸੀਂ ਪ੍ਰੋਗਰਾਮ ਮੁਲਾਜ਼ਾ ਕੀਤਾ, VRI ਦੇ ਮੁxtਲਿਫ ਸ਼ੋਬੇ ਤੁਹਾਨੂੰ ਦਿਖਾਏ, ਵੈਕਸੀਨ ਕਿਵੇਂ ਬਣਦੀ ਹੈ ਔਰ ਫਾਰਮਰ ਤੱਕ ਕਿਵੇਂ ਪਹੁੰਚਦੀ ਹੈ, ਇਹ ਸਾਰੀ ਗੱਲਾਂ ਅਸੀਂ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਵੇਖੀਆਂ ਨੇ। ਤੇ ਮਾਹਿਰੀਨ ਨੇ ਜਿਸ ਤਰ੍ਹਾਂ ਦੱਸਿਆ ਹੈ ਕਿ ਹਿਫਾਜ਼ਤੀ ਟੀਕੇ ਜਿਹੜੇ ਨੇ ਜਾਨਵਰਾਂ ਲਈ ਬੇਹੱਦ ਜ਼ਰੂਰੀ ਨੇ। ਅਗਰ ਅਸੀਂ ਹਿਫਾਜ਼ਤੀ ਟੀਕੇ ਲਵਾ ਲਈਏ ਤੇ ਫਿਰ ਸਾਡੇ ਜਾਨਵਰ ਬਿਮਾਰ ਹੀ ਨਹੀਂ ਹੁੰਦੇ, ਤੇ ਜੇ ਬਿਮਾਰ ਹੋ ਜਾਣ ਤੇ ਫਿਰ ਭਾਰੀ ਰਕਮ ਵੀ ਖਰਚ ਕਰਨੀ ਪੈਂਦੀ ਹੈ ਤੇ ਪੈਦਾਵਾਰੀ ਸਲਾਹੀਤਾਂ ਵੀ ਮੁਤਾਸਰ ਹੁੰਦੀਆਂ। ਆਓ ਅੱਜ ਮਿਲ ਕੇ ਸਾਰੇ ਯਾਦ ਕਰੀਏ ਕਿ ਜਿਨ੍ਹਾਂ ਨੇ ਵੀ ਮਾਲ ਡੰਗਰ ਰੱਖਿਆ ਹੈ ਤੇ ਉਹ ਹੁਕੂਮਤ ਦੀ ਦਿੱਤੀ ਜਿਹੜੀ ਸਹੂਲਤਾਂ ਨੇ, ਖਾਸ ਤੌਰ ਤੇ ਹਿਫਾਜ਼ਤੀ ਟੀਕੇ ਜਿਹੜੇ ਮੁਫਤ ਦੇ ਰਹੀ ਹੈ, ਇਹ ਅਸੀਂ ਆਪਣੇ ਜਾਨਵਰਾਂ ਨੂੰ ਜ਼ਰੂਰ ਲਵਾਉਣੇ ਨੇ। ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਇਜਾਜ਼ਤ ਦਿਓ, ਅੱਲਾ ਵੇਲੀ।